प्रवासी टीवी देख रहे सारे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡੀ ਹੋਸਟ ਰਾਖੀ। ਜਿੱਦਾਂ ਕਿ ਅਸੀਂ ਹਰ ਵੀਕਐਂਡ ਤੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਪ੍ਰਵਾਸੀ ਪ੍ਰੋਪਰਟੀਜ਼ ਦਾ, ਤੇ ਉਹਦੇ ਵਿੱਚ ਅਲੱਗ-ਅਲੱਗ ਟੌਪਿਕਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਤੇ ਤੁਹਾਡੇ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਹਰ ਵਾਰ ਵਾਂਗੂ ਸਾਡੇ ਸਟੂਡੀਓ ਵਿੱਚ ਫਿਰ ਤੋਂ ਮੌਜੂਦ ਨੇ ਪ੍ਰਵੀਨ ਅਰੋੜਾ ਜੀ ਤੇ ਸ਼ਮਸ਼ੇਰ ਢਿੱਲੋਂ ਜੀ। ਪਹਿਲਾਂ ਤਾਂ ਮੈਂ ਦੋਨਾਂ ਦਾ ਸਵਾਗਤ ਕਰਦੀ ਹਾਂ ਸਾਡੇ ਸਟੂਡੀਓ ਦੇ ਵਿੱਚ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ। ਰਾਖੀ ਜੀ, ਮੇਰੇ ਵੱਲੋਂ ਪ੍ਰਵਾਸੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੇਰੇ ਵੱਲੋਂ ਵੀ ਪ੍ਰਵਾਸੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਦੋਂ ਅਸੀਂ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ ਤੇ ਅਸੀਂ ਸ਼ੁਰੂਆਤ ਕਰਦੇ ਹਾਂ ਮਾਰਕੀਟ ਅਪਡੇਟ ਤੋਂ, ਜਿਹੜਾ ਰੀਅਲ ਸਟੇਟ ਦਾ ਮਾਰਕੀਟ ਆ ਉਹਦੀ ਅਪਡੇਟ ਤੋਂ, ਕਿ ਮਾਰਕੀਟ ਦੇ ਵਿੱਚ ਕੁਝ ਨਵਾਂ ਆਇਆ ਆ, ਕੀ ਅਪਡੇਟਸ ਨੇ, ਕੀ ਉਤਾਰ ਚੜਾਵ ਨੇ ਮਾਰਕੀਟ ਦੇ ਵਿੱਚ, ਉਹਦੇ ਬਾਰੇ ਤੋਂ ਅਸੀਂ ਲੈਂਦੇ ਹਾਂ ਉਹਦੇ ਬਾਰੇ ਜਾਣਕਾਰੀ। ਸਰ, ਥੋੜੀ ਜਿਹੀ ਮਾਰਕੀਟ ਅਪਡੇਟ ਦੇ ਬਾਰੇ ਜਾਣਕਾਰੀ ਦਿਓ ਦਰਸ਼ਕਾਂ ਨੂੰ। ਰਾਖੀ, ਮਾਰਕੀਟ ਦੇ ਵਿੱਚ ਇਹ ਹੈ ਕਿ ਹਜੇ ਵੀ ਜਿਹੜੀ ਇਨਵੈਂਟਰੀ ਆ ਉਹਦਾ ਨੰਬਰ ਘੱਟ ਆ ਔਰ ਪ੍ਰੋਪਰਟੀਜ਼ ਨੇ ਆ ਵੀ ਰਹੀਆਂ ਨੇ ਔਰ ਸੈਲ ਵੀ ਹੋ ਰਹੀਆਂ ਨੇ। ਥੋੜ੍ਹਾ ਜਿਹਾ ਜਿਹੜੀ ਸ਼ਿਫਟ ਸਾਨੂੰ ਮਾਰਕੀਟ ਦੇ ਵਿੱਚ ਨਜ਼ਰ ਆਈ ਹੈ ਕਿ ਜਿੰਨਾ ਅਗਰੈਸਿਵਲੀ ਪਹਿਲਾਂ ਪ੍ਰਾਈਸ ਉੱਪਰ ਜਾ ਰਿਹਾ ਸੀ ਉਹ ਉੱਪਰ ਤਾਂ ਜਾ ਰਿਹਾ ਬਟ ਉਨੀ ਤੇਜ਼ੀ ਨਾਲ ਨਹੀਂ ਹੁਣ ਉੱਪਰ ਜਾ ਰਿਹਾ ਹੈਗਾ। ਠੀਕ ਹੈ ਜੀ। ਔਰ ਜਦੋਂ ਮਾਰਕੀਟ ਦੇ ਵਿੱਚ ਇਨਵੈਂਟਰੀ ਘੱਟ ਹੁੰਦੀ ਆ ਔਰ ਜਿਸ ਤਰ੍ਹਾਂ ਮਾਰਕੀਟ ਇਸ ਟਾਈਮ ਚੱਲ ਰਹੀ ਆ, ਇਹਦੇ 'ਚ ਇੱਕ ਕਾਮਨ ਚੀਜ਼ ਆ ਜਿਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਚਾਹਾਂਗੇ, ਉਹ ਆ ਮਲਟੀਪਲ ਆਫਰਸ। ਬਿਲਕੁਲ, ਮਤਲਬ ਹਰ ਬਾਇਰ ਸੈਲਰ ਆ ਜਿਹੜਾ, ਜੇ ਅੱਜ ਤੁਸੀਂ ਕਿਸੇ ਨਾਲ ਵੀ ਗੱਲ ਕਰੋ, ਇਹ ਜਿਹੜਾ ਨਾਮ ਆ ਇਹ ਪਹਿਲਾਂ ਇੰਨਾ ਕਾਮਨ ਨਹੀਂ ਸੀ ਜਿੰਨਾ ਕਿ ਹੁਣ ਕਾਮਨ ਹੋ ਚੁੱਕਿਆ ਵਾ। ਅੱਜ ਐਵਰੀ ਬਾਇਰ ਐਵਰੀ ਸੈਲਰ ਦੇ ਨੋ ਦੈਟ ਕਿ ਮਲਟੀਪਲ ਆਫਰ ਮਤਲਬ ਕੀ ਚੀਜ਼ ਆ, ਕਿੱਦਾਂ ਹੋਣੀ ਚਾਹੀਦੀ ਆ ਉਹ। ਸੋ ਅੱਜ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ, ਮਲਟੀਪਲ ਆਫਰਸ ਬਾਰੇ, ਕਿ ਇਹ ਕੀ ਹੁੰਦੀ ਆ, ਕਿੱਦਾਂ ਚੱਲਦੀ ਆ, ਤੇ ਇਹਦੇ ਨਾਲ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਹੋਰ ਬੈਟਰ ਆਈਡੀਆ ਹੋਊਗਾ, ਇਹਦੇ ਬਾਰੇ ਅੰਡਰਸਟੈਂਡਿੰਗ ਹੋਊਗੀ ਅੱਜ ਦੀ ਮਾਰਕੀਟ ਦੇ ਵਿੱਚ ਕਿ ਇਹਨੂੰ ਕਿਵੇਂ ਹੈਂਡਲ ਕੀਤਾ ਜਾਵੇ। ਜੀ ਬਿਲਕੁਲ, ਮੈਂ ਵੀ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਵਾਂ ਕਿ ਇਹ ਜਿਹੜਾ ਟੌਪਿਕ ਆ ਮਲਟੀਪਲ ਆਫਰਸ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਆ, ਕਿਉਂਕਿ ਜਦੋਂ ਤੁਸੀਂ ਪਹਿਲੀ ਵਾਰ ਜੇ ਘਰ ਲੈਣ ਜਾਂਦੇ ਹੋ, ਜੇ ਉਹਦੇ ਉੱਤੇ ਘਰ ਦੇ ਉੱਤੇ ਕੋਈ ਵੀ ਪ੍ਰੋਪਰਟੀ ਖਰੀਦਣ ਜਾਂਦੇ ਹੋ, ਉਹਦੇ ਉੱਤੇ ਜੇ ਮਲਟੀਪਲ ਆਫਰਸ ਨੇ, ਤੇ ਜੇ ਆਈ ਥਿੰਕ ਜਿਹੜਾ ਫਸਟ ਟਾਈਮ ਬਾਇਰ ਹੁੰਦਾ ਉਹ ਤਾਂ ਪਹਿਲੀ ਵਾਰ 'ਚ ਸ਼ਾਇਦ ਕਨਫਿਊਜ਼ ਵੀ ਹੋ ਜਾਂਦਾ ਕਿ ਇਹ ਕੀ ਆ ਤੇ ਇਹਦੇ ਨਾਲ ਕਿੱਦਾਂ ਡੀਲ ਕਰਨਾ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਡਿਟੇਲ ਦੇ ਵਿੱਚ। ਤੇ ਅਸੀਂ ਲੇਟ ਨਾ ਕਰਦੇ ਹੋਏ ਇਹਦੀ ਸ਼ੁਰੂਆਤ ਕਰਦੇ ਹਾਂ। ਮੈਂ ਸ਼ਮਸ਼ੇਰ ਜੀ ਤੋਂ ਪੁੱਛਣਾ ਚਾਹੂੰਗੀ, ਸਰ ਥੋੜੀ ਜਿਹੀ ਇਹਦੇ ਬਾਰੇ ਜਾਣਕਾਰੀ ਦਿਓ ਪਹਿਲਾਂ ਕਿ ਮਲਟੀਪਲ ਆਫਰਸ ਹੁੰਦੇ ਕੀ ਨੇ। ਬਿਲਕੁਲ ਰਾਖੀ ਜੀ, ਜਿਵੇਂ ਦਰਸ਼ਕਾਂ ਨੂੰ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਦੱਸਦੇ ਆ ਰਹੇ ਹਾਂ ਕਿ ਮਾਰਕੀਟ ਦੇ ਵਿੱਚ ਇਨਵੈਂਟਰੀ ਜਿਹੜੀ ਆ ਉਹ ਬਹੁਤ ਲੋ ਹੈ ਇਸ ਵੇਲੇ। ਜਿਹੜੀ ਨਾਰਮਲ ਇਨਵੈਂਟਰੀ, ਜੇ ਆਪਾਂ ਬਰੈਂਪਟਨ ਦੀ ਗੱਲ ਕਰੀਏ, ਕਿਉਂਕਿ ਆਪਾਂ ਬਰੈਂਪਟਨ ਦੀ ਮਾਰਕੀਟ ਦੇ ਵਿੱਚ ਜ਼ਿਆਦਾ ਡੀਲ ਕਰਦੇ ਹਾਂ, ਤੇ ਜੇ ਆਪਾਂ ਬਰੈਂਪਟਨ ਦੀ ਮਾਰਕੀਟ ਦੀ ਗੱਲ ਕਰੀਏ ਅੱਜ ਕੱਲ ਦੇ ਟਾਈਮ ਦੇ ਵਿੱਚ, ਯਾਨੀ ਕਿ ਜੁਲਾਈ, ਅਗਸਤ, ਸਤੰਬਰ ਦਾ ਜਿਹੜਾ ਟਾਈਮ ਹੈ, ਇੱਥੇ ਜਿਹੜੀ ਨਾਰਮਲ ਇਨਵੈਂਟਰੀ ਪਹਿਲਾਂ ਮਾਰਕੀਟ ਦੇ ਵਿੱਚ ਹੁੰਦੀ ਸੀ ਉਹ ਤਕਰੀਬਨ 1200 ਤੋਂ ਲੈ ਕੇ 1500, ਕਈ ਵਾਰੀ 1600-1700 ਵੀ ਹੋ ਜਾਂਦੀ ਸੀਗੀ। ਇਹ ਇੱਕ ਨਾਰਮਲ ਹੈਲਦੀ ਮਾਰਕੀਟ ਦੇ ਵਿੱਚ ਇਨਵੈਂਟਰੀ ਦਾ ਨੰਬਰ ਸੀਗਾ। ਇਨਵੈਂਟਰੀ ਤੋਂ ਭਾਵ ਹੈ ਕਿ ਮਾਰਕੀਟ ਦੇ ਵਿੱਚ ਕਿੰਨੇ ਘਰ ਸੇਲ ਲਈ ਅਵੇਲੇਬਲ ਨੇ, ਜਿਨ੍ਹਾਂ ਤੇ ਬਾਇਰ ਆਫਰ ਪਾ ਕੇ ਉਸ ਪ੍ਰਾਪਰਟੀ ਨੂੰ ਹਾਸਲ ਕਰ ਸਕਦੇ ਨੇ। ਤੇ ਜੇ ਉਸ ਨੰਬਰ ਨੂੰ ਅੱਜ ਦੇ ਨੰਬਰ ਨਾਲ ਕੰਪੇਅਰ ਕੀਤਾ ਜਾਵੇ ਤੇ ਅੱਜ ਜਿਹੜੀ ਮਾਰਕੀਟ ਦੇ ਵਿੱਚ ਇਨਵੈਂਟਰੀ ਉਹ ਤਕਰੀਬਨ 450 ਘਰ ਦੇ ਨੇੜੇ ਤੇੜੇ ਘੁੰਮ ਰਹੀ ਆ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਨਵੈਂਟਰੀ ਕਿੰਨੀ ਘੱਟ ਹੈਗੀ ਹੈ, ਕਿੰਨੇ ਘਰ ਜਿਹੜੇ ਆ ਉਹ ਘੱਟ ਨੇ ਇੱਕ ਨਾਰਮਲ ਮਾਰਕੀਟ ਤੋਂ। ਤੇ ਆਬਵੀਅਸ ਜਿਨ੍ਹਾਂ ਨੇ ਥੋੜੀ ਜਿਹੀ ਵੀ ਮਾਰਕੀਟਿੰਗ ਬਾਰੇ ਨੌਲੇਜ ਰੱਖਦੇ ਨੇ ਜਾਂ ਇਕਨੋਮਿਕਸ ਪੜ੍ਹੀ ਹੈ, ਤੇ ਡਿਮਾਂਡ ਐਂਡ ਸਪਲਾਈ ਦਾ ਰੂਲ ਜਿਹੜਾ ਉਹ ਅਪਲਾਈ ਹੁੰਦਾ ਹੈ ਜੀ ਇਹਦੇ ਉੱਤੇ। ਜਦੋਂ ਡਿਮਾਂਡ ਜ਼ਿਆਦਾ ਹੋਏਗੀ ਤੇ ਸਪਲਾਈ ਘੱਟ ਹੋਏਗੀ ਤੇ ਆਬਵੀਅਸਲੀ ਕੰਪੀਟੀਸ਼ਨ ਵਧੇਗਾ। ਕੰਪੀਟੀਸ਼ਨ ਵਧਣ ਦੇ ਨਾਲ ਜਿਹੜੀਆਂ ਪ੍ਰਾਈਸਿਸ ਨੇ ਉਹ ਹਮੇਸ਼ਾ ਵੱਧ ਮਿਲਦੀਆਂ ਨੇ। ਸੋ ਸੈਲਰਸ ਵਾਸਤੇ ਬੜੀ ਵਧੀਆ ਗੱਲ ਹੈ, ਇਹਨੂੰ ਆਪਾਂ ਇੱਕ ਤਰ੍ਹਾਂ ਨਾਲ ਸੈਲਰਸ ਮਾਰਕੀਟ ਵੀ ਕਹਿ ਸਕਦੇ ਹਾਂ। ਕਮਿੰਗ ਬੈਕ ਟੂ ਮਲਟੀਪਲ ਆਫਰਸ, ਜਦੋਂ ਮਾਰਕੀਟ ਦੇ ਵਿੱਚ ਇੱਕ ਪ੍ਰਾਪਰਟੀ ਹੋਵੇ ਔਰ ਉਹਨੂੰ ਬਾਏ ਕਰਨ ਵਾਲੇ 10 ਪੋਟੈਂਸ਼ੀਅਲ ਬਾਇਰਸ ਹੋਣ, ਉਹਦੀ ਇੱਕ ਡੇਟ ਰੱਖ ਲਈ ਜਾਂਦੀ ਹੈ ਕਿ ਅਸੀਂ ਫਲਾਣੇ ਦਿਨ ਇਸ ਪ੍ਰਾਪਰਟੀ ਦੇ ਉੱਤੇ ਆਫਰ ਐਕਸੈਪਟ ਕਰਾਂਗੇ। ਸੈਲਰ ਜਿਹੜਾ ਹੈ ਉਹ ਪ੍ਰਾਪਰਟੀ ਤੇ ਇੱਕ ਨਿਸ਼ਚਿਤ ਦਿਨ ਤੇ ਆਫਰ ਐਕਸੈਪਟ ਕਰੇਗਾ। ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੇ ਉਸ ਪ੍ਰਾਪਰਟੀ ਨੂੰ ਦੇਖ ਰਹੇ ਹੁੰਦੇ ਆ ਬਾਇਰਸ, ਜਾਂ ਉਸ ਤਰੀਕੇ ਦੀ ਪ੍ਰਾਪਰਟੀ ਨੂੰ ਦੇਖ ਰਹੇ ਹੁੰਦੇ ਆ,
ਉਹ ਇੱਕ 5-7 ਦਿਨ ਦੇ ਪੀਰੀਅਡ ਦੇ ਵਿੱਚ ਜਿੰਨੇ ਵੀ ਬਾਇਰਸ ਉਸ ਮਾਰਕੀਟ ਦੇ ਵਿੱਚ ਨੇ ਉਸ ਪ੍ਰਾਪਰਟੀ ਨੂੰ ਪਹਿਲਾਂ ਦੇਖ ਲੈਂਦੇ ਨੇ। ਜੇ ਕੋਈ ਉਹਨਾਂ ਨੇ ਉਹਦੇ ਉੱਤੇ ਹੋਮਵਰਕ ਕਰਨਾ ਹੋਵੇ, ਜੇ ਕੋਈ ਉਹਨਾਂ ਨੇ ਇਨਫੋਰਮੇਸ਼ਨ ਲੈਣੀ ਹੋਵੇ, ਉਹਨਾਂ ਕੋਲ ਇਨਫ ਟਾਈਮ ਹੁੰਦਾ ਕਿ ਉਹ ਆਪਣੀ ਤਸੱਲੀ ਕਰ ਲੈਣ ਹਰ ਲਿਹਾਜ਼ ਨਾਲ, ਕਿਉਂਕਿ ਜਿਹੜਾ ਸੈਲਰ ਹੈ ਉਹਦਾ ਗੋਲ ਕੀ ਹੈ ਕਿ ਪ੍ਰਾਪਰਟੀ ਨੂੰ ਇੱਕ ਵੱਧ ਤੋਂ ਵੱਧ ਪ੍ਰਾਈਸ ਤੇ ਵੇਚਣਾ, ਔਰ ਦੂਸਰਾ ਘੱਟ ਤੋਂ ਘੱਟ ਕੰਡੀਸ਼ਨਸ ਦੇ ਨਾਲ ਵੇਚਣਾ। ਇੱਕ ਨਾਰਮਲ ਮਾਰਕੀਟ ਦੇ ਵਿੱਚ ਜਿਹੜੀ ਪ੍ਰਾਪਰਟੀ ਵਿਕਦੀ ਹੈ ਉਹ ਹਮੇਸ਼ਾ ਕੰਡੀਸ਼ਨਲ ਆਫਰ ਤੇ ਵਿਕਦੀ ਹੈ, ਭਾਵ ਕਿ ਜਿਹੜਾ ਬਾਇਰ ਹੈ ਉਹਦੇ ਕੋਲ ਕੁਝ ਦਿਨ ਹੁੰਦੇ ਨੇ ਡੀਲ ਹੋਣ ਤੋਂ ਬਾਅਦ ਵੀ ਕਿ ਉਹ ਆਪਣੀ ਮੌਰਗੇਜ ਜਿਹੜੀ ਆ ਉਹਨੂੰ ਸਿਕਿਉਰ ਕਰ ਸਕੇ। ਜੇ ਉਹਨੇ ਕੋਈ ਇਨਸਪੈਕਸ਼ਨ ਕਰਵਾਉਣਾ ਹੈਗਾ ਤਾਂ ਉਹ ਇਨਸਪੈਕਸ਼ਨ ਕਰਵਾ ਸਕੇ, ਜਾਂ ਉਹਨੇ ਕੋਈ ਹੋਰ ਡਿਊ ਡਿਲੀਜੈਂਸ ਕਰਨੀ ਆ ਉਸ ਪ੍ਰਾਪਰਟੀ ਦੇ ਮੁਤਲਕ ਤੇ ਉਹ ਆਪਣੀ ਤਸੱਲੀ ਕਰ ਸਕੇ। ਉਹ ਐਗਰੀਮੈਂਟ ਹੋ ਜਾਂਦਾ ਤੇ ਉਸ ਤੋਂ ਬਾਅਦ ਉਹਨੂੰ 5, 7 ਜਾਂ 10 ਦਿਨ ਦਾ ਟਾਈਮ ਦਿੱਤਾ ਜਾਂਦਾ ਤਾਂ ਕਿ ਉਹ ਕਰ ਲਵੇ। ਤੇ ਜੇ ਉਹ ਉਸ ਦੌਰਾਨ ਉਹਨੂੰ ਕੁਝ ਲੱਗਦਾ ਕਿ ਮੇਰੀ ਮੌਰਗੇਜ ਅਪਰੂਵ ਨਹੀਂ ਹੋਣੀ, ਜਾਂ ਇਹਦੇ ਵਿੱਚ ਇਨਸਪੈਕਸ਼ਨ ਦੇ ਵਿੱਚ ਕੋਈ ਨੁਕਸ ਆਇਆ ਜਿਹੜਾ ਕਿ ਸੈਲਰ ਠੀਕ ਕਰਨ ਤੋਂ ਅਸਮਰਥ ਹੈ, ਜਾਂ ਕੋਈ ਹੋਰ ਇਹੋ ਜਿਹੀ ਕੰਡੀਸ਼ਨ ਹੈ ਜਿਹੜੀ ਕਿ ਰਿਮੂਵ ਨਹੀਂ ਕੀਤੀ ਜਾ ਸਕਦੀ, ਤਾਂ ਉਹਨੂੰ ਰਾਈਟ ਹੁੰਦਾ ਬਾਇਰ ਨੂੰ ਬੈਕ ਆਫ ਹੋਣ ਦਾ। ਓਕੇ। ਸੋ ਜਦੋਂ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਇਹ ਸਾਰੇ ਕੰਡੀਸ਼ਨਸ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ, ਕਿਉਂਕਿ ਉੱਥੇ ਇੱਕੋ ਇੱਕ ਗੋਲ ਰਹਿ ਜਾਂਦਾ ਕਿ ਪ੍ਰਾਪਰਟੀ ਨੂੰ ਹਾਸਲ ਕਿਵੇਂ ਕੀਤਾ ਜਾਵੇ। ਸੋ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਪੰਜਾਬੀ 'ਚ ਜੇ ਕਹੀਏ ਕਿ ਬੋਲੀ ਲੱਗ ਕੇ ਘਰ ਵਿਕਦੇ ਨੇ, ਮਲਟੀਪਲ ਆਫਰ ਨੂੰ ਸੌਖੇ ਸ਼ਬਦਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਜਿਹੜਾ ਘਰ ਬੋਲੀ ਲੱਗ ਕੇ ਵਿਕੇ ਉਹ ਮਲਟੀਪਲ ਆਫਰਸ ਤੇ ਵਿਕਦਾ ਹੈ। ਜੀ ਸਰ ਇਹਨਾਂ ਨੇ ਬਹੁਤ ਹੀ ਵਧੀਆ ਸ਼ਬਦਾਂ ਦੇ ਵਿੱਚ ਇਹਨੂੰ ਐਕਸਪਲੇਨ ਕੀਤਾ, ਸਪੈਸ਼ਲੀ ਜੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਬੜੇ ਸਰਲ ਭਾਸ਼ਾ ਦੇ ਵਿੱਚ ਇਹਨਾਂ ਨੇ ਐਕਸਪਲੇਨ ਕੀਤਾ ਆ। ਤੁਸੀਂ ਇਹਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੋਗੇ? ਰਾਖੀ, ਜਿਹੜੀ ਮਲਟੀਪਲ ਆਫਰ ਹੈ ਨਾ ਉਹਦੇ 'ਚ ਜਿੱਦਾਂ ਢਿੱਲੋਂ ਸਾਹਿਬ ਨੇ ਗੱਲ ਕੀਤੀ ਹੈ, 2 ਰੂਟ ਕਾਜ਼ ਹੁੰਦੇ ਨੇ ਜਦੋਂ ਮਲਟੀਪਲ ਆਫਰ ਸਿਨੈਰੀਓ ਹੁੰਦਾ ਜੀ। ਨੰਬਰ 1 ਤਾਂ ਆਬਵੀਅਸਲੀ ਸਪਲਾਈ ਐਂਡ ਡਿਮਾਂਡ, ਕਿ ਸਪਲਾਈ ਥੋੜੀ ਹੈ, ਡਿਮਾਂਡ ਜ਼ਿਆਦਾ, ਇੱਕ ਤੋਂ ਜ਼ਿਆਦਾ ਬੰਦੇ ਨੇ ਉਸ ਪ੍ਰਾਪਰਟੀ 'ਚ ਇੰਟਰਸਟਡ ਨੇ, ਸੋ ਇਸ ਕਰਕੇ ਉੱਥੇ ਜ਼ਿਆਦਾ ਲੋਕਾਂ ਦਾ ਇੰਟਰਸਟ ਹੁੰਦਾ, ਆਬਵੀਅਸਲੀ ਪ੍ਰਾਈਸ ਮਲਟੀਪਲ ਆਫਰ ਆ। ਸਿੰਪਲ ਜਿਹਾ ਫਾਰਮੂਲਾ, ਆਪਾਂ ਬਾਜ਼ਾਰ 'ਚ ਕੋਈ ਚੀਜ਼ ਖਰੀਦਣ ਜਾਂਦੇ ਆ, ਜੇ ਜਿੱਥੇ ਵੀ ਉਹ ਚੀਜ਼ ਸੈੱਲ ਹੋ ਰਹੀ ਹੈ, ਜੇ ਉਹਨਾਂ ਕੋਲ ਸਪਲਾਈ ਥੋੜੀ ਆ ਪਰ ਉਹਦੀ ਡਿਮਾਂਡ ਜ਼ਿਆਦਾ ਵਾ, ਉਹ ਪ੍ਰਾਈਸ ਨਹੀਂ ਨੈਗੋਸ਼ੀਏਟ ਕਰਦੇ, ਉਹ ਕਹਿਣਗੇ ਜੀ ਇਹੀ ਪ੍ਰਾਈਸ ਆ, ਜੇ ਤੁਸੀਂ ਲੈਣੀ ਆ ਤਾਂ ਲੈ ਲਓ, ਨਹੀਂ ਲੈਣੀ ਤਾਂ ਜਾਓ। ਹਾਂਜੀ, ਸੋ ਸੇਮ ਕਨਸੈਪਟ ਇੱਥੇ ਆ ਕਿ ਜਿਹੜਾ ਮਾਰਕੀਟ ਦੇ ਵਿੱਚ ਸਪਲਾਈ ਐਂਡ ਡਿਮਾਂਡ ਆ ਉਹ ਉਸ ਚੀਜ਼ ਨੂੰ ਮਤਲਬ ਮਲਟੀਪਲ ਆਫਰ ਸਿਚੁਏਸ਼ਨ ਆ ਜਿਹੜੀ ਉਹ ਜਨਰੇਟ ਕਰਦੀ ਆ। ਸੈਕੰਡ ਚੀਜ਼ ਕੀ ਹੁੰਦੀ ਆ ਮਲਟੀਪਲ ਆਫਰ ਦੇ ਵਿੱਚ, ਉਹ ਇਹ ਆ ਕਿ ਜਿਹੜਾ ਉਹਦਾ ਪ੍ਰਾਈਸ ਆ ਉਸ ਚੀਜ਼ ਦਾ, ਰਾਈਟ, ਉਹ ਕਿਵੇਂ ਪਾਰਟ ਪਲੇ ਕਰਦਾ। ਸਮ ਟਾਈਮਸ ਕੀ ਹੁੰਦਾ ਕਿ ਮਾਰਕੀਟ ਦੇ ਵਿੱਚ ਕਈ ਵਾਰ ਹੈਲਦੀ ਜਦੋਂ ਮਾਰਕੀਟ ਹੁੰਦੀ ਹੈ ਉਦੋਂ ਵੀ ਮਲਟੀਪਲ ਆਫਰ ਹੋ ਜਾਂਦੀਆਂ ਨੇ, ਉਹਦੇ 'ਚ ਵੀ ਮਲਟੀਪਲ ਆਫਰ ਹੋ ਜਾਂਦੀ ਹੈ ਪਰ ਉਹਦੇ 'ਚ ਕਾਫੀ ਘੱਟ ਹੁੰਦੀ ਆ। ਬਟ ਜਿਹੜੀ ਹੁਣ ਮਾਰਕੀਟ ਆ ਉਹਦੇ 'ਚ ਕੀ ਕੀਤਾ ਜਾਂਦਾ ਕਿ ਉਹਦੇ 'ਚ ਉਹਦਾ ਜਿਹੜਾ ਸੈਲਿੰਗ ਪ੍ਰਾਈਸ ਆ ਉਹਨੂੰ ਥੱਲੇ ਰੱਖ ਕੇ ਇੰਟਰਸਟ ਜਨਰੇਟ ਕੀਤਾ ਜਾਂਦਾ। ਹੁਣ ਤੁਸੀਂ ਇੱਕ ਚੀਜ਼ ਦੇਖੋ, ਮਾਰਕੀਟ ਦੇ ਵਿੱਚ ਨਾਰਮਲੀ ਅਗਰ ਕੋਈ ਪ੍ਰਾਪਰਟੀ ਆ, ਅਗਰ ਮੰਨ ਲਓ 2500 ਸਕੁਅਰ ਫੀਟ ਦਾ ਘਰ ਆ ਕਿਸੇ ਨੇਬਰਹੁੱਡ ਦੇ ਵਿੱਚ, ਨਾਰਮਲੀ ਉਹ 1.5 1.6 ਦੀ ਰੇਂਜ ਆ ਜਾਂ ਮੰਨ ਲਓ 1.3 ਦੀ ਰੇਂਜ ਆ, ਜੇ ਆਪਾਂ ਉਹਦਾ ਪ੍ਰਾਈਸ ਉਦੋਂ $2 ਲੱਖ ਥੱਲੇ ਰੱਖ ਦਿੰਦੇ ਆ, ਉਹ ਆਟੋਮੈਟਿਕਲੀ ਲੋਕਾਂ 'ਚ ਇੰਟਰਸਟ ਪੈਦਾ ਹੋ ਜਾਂਦਾ। ਹੁਣ ਇਹਦੇ 'ਚ ਕੀ ਆ, ਬਹੁਤ ਸਾਰੇ ਬਾਇਰ ਨੇ ਜਿਹੜੇ ਇਸ ਗੱਲ 'ਚ ਕਨਫਿਊਜ਼ ਹੋ ਜਾਂਦੇ ਨੇ ਕਿ ਯਾਰ ਸ਼ਾਇਦ ਇਹ ਘਰ ਆ ਜਿਹੜਾ ਇਹ 11 ਲੱਖ ਦਾ ਜਾਂ ਇਹ 12 ਲੱਖ ਦਾ ਹੀ ਆ। ਉਹਦੇ 'ਚ ਇਹ ਆ ਕਿ ਜਿਹੜਾ ਉਹਨਾਂ ਦਾ ਕਨਫਿਊਜ਼ ਹੋਣਾ ਉਹ ਨਾਰਮਲ ਆ। ਜੇ ਤਾਂ ਉਹ ਮਾਰਕੀਟ ਦੇ ਵਿੱਚ ਨਵੇਂ ਆਏ ਨੇ ਤਾਂ ਉਹਨਾਂ ਨੂੰ ਇਹ ਪਿਕਚਰ ਕਲੀਅਰ ਨਹੀਂ ਹੁੰਦੀਗੀ, ਕਿਉਂਕਿ ਉਹਨਾਂ ਨੇ ਮਾਰਕੀਟ ਦੇ ਵਿੱਚ ਕੁਝ ਆਪਣਾ ਹੋਮਵਰਕ ਨਹੀਂ ਕੀਤਾ ਹੁੰਦਾਗਾ। ਔਰ ਇਹਦੇ 'ਚ ਜਿਹੜੀ ਰੀਅਲਟਰ ਕਮਿਊਨਿਟੀ ਆ, ਜੋ ਅਸੀਂ ਲੋਕ ਆ, ਉਹਦੇ 'ਚੋਂ ਕਾਫੀ ਇੰਪੋਰਟੈਂਟ ਪਾਰਟ ਪਲੇ ਕਰਦੇ ਨੇ। ਜਿੱਦਾਂ ਸਾਡੇ ਰੀਅਲਟਰ ਮਤਲਬ ਫਰੈਂਡਸ ਨੇ ਜਿਹੜੇ ਨੇ, ਉਹ ਬਾਇਰਸ ਨੂੰ ਕਾਫੀ ਚੀਜ਼ਾਂ ਦੱਸਦੇ ਵੀ ਨੇ ਕਿ ਵੀ ਇਹ ਜਿਹੜੀ ਪ੍ਰਾਪਰਟੀ ਆ ਇਹ ਨੋਇੰਗਲੀ ਉਹਨਾਂ ਨੇ ਅੰਡਰ ਪ੍ਰਾਈਸ ਕੀਤੀ ਆ, ਜੋ ਇਹਦਾ ਐਕਸਪੈਕਟਡ ਪ੍ਰਾਈਸ ਆ ਜਾਂ ਇਹਦਾ ਸੈਲਿੰਗ ਪ੍ਰਾਈਸ ਆ ਉਹ ਇਸ ਰੇਂਜ ਦੇ ਵਿੱਚ ਰਹੂਗਾ। ਬਟ ਸਮ ਟਾਈਮਸ ਬਾਇਰ ਉਸ ਚੀਜ਼ ਨੂੰ ਅਬਜ਼ੌਰਬ ਕਰ ਪਾਉਂਦੇ ਨੇ, ਸਮ ਟਾਈਮਸ ਉਹ ਇਸ ਚੀਜ਼ ਨੂੰ ਅਬਜ਼ੌਰਬ ਨਹੀਂ ਕਰ ਪਾਉਂਦੇ। ਔਰ ਜਦੋਂ ਉਹ ਨਹੀਂ ਅਬਜ਼ੌਰਬ ਕਰ ਪਾਉਂਦੇ, ਪ੍ਰਾਪਰਟੀ ਉਸ ਪ੍ਰਾਈਸ 'ਚ ਵਿਕਦੀ ਆ, ਉਹਨਾਂ ਨੂੰ ਨਹੀਂ ਮਿਲਦੀ, ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਫਿਰ ਥੋੜੀ ਬਹੁਤ ਫਰਸਟ੍ਰੇਸ਼ਨ ਵੀ ਹੁੰਦੀ ਹੈ ਇਸ ਸਿਨੈਰੀਓ ਦੇ ਵਿੱਚ ਕਿ ਯਾਰ ਇਹਨਾਂ ਨੇ 12 ਲੱਖ ਦਾ ਘਰ ਲਾਇਆ ਸੀ, ਅਸੀਂ 13 ਲੱਖ ਦੀ ਵੀ ਆਫਰ ਪਾਈ, ਸਾਨੂੰ ਤਾਂ ਵੀ ਘਰ ਨਹੀਂ ਮਿਲਿਆ। ਸੋ ਇਹ ਜਿਹੜੀ ਸਿਚੁਏਸ਼ਨ ਆ, ਇਹਦੇ 'ਚ ਜਿਵੇਂ ਕਹਿ ਲਓ ਤੁਸੀਂ ਕਿ ਇਹ ਮਾਰਕੀਟ ਕੰਡੀਸ਼ਨਸ ਨੇ ਜਿਹਨੂੰ ਕੋਈ ਬੰਦਾ ਕੰਟਰੋਲ ਨਹੀਂ ਕਰ ਸਕਦਾਗਾ।
ਓਬਵੀਅਸਲੀ ਸੈਲਰਸ ਨੂੰ ਥੋੜਾ ਜਿਹਾ ਇਸ ਚੀਜ਼ ਦੇ ਵਿੱਚ ਹਮੇਸ਼ਾ ਐਜ ਮਿਲਦਾ ਮਲਟੀਪਲ ਆਫਰ ਦੇ ਵਿੱਚ, ਕਿਉਂਕਿ ਉਹਨਾਂ ਦੀ ਪ੍ਰਾਪਰਟੀ ਦੇ ਵਿੱਚ ਇੱਕ ਤੋਂ ਜ਼ਿਆਦਾ ਬੰਦਿਆਂ ਦਾ ਇੰਟਰਸਟ ਹੁੰਦਾ। ਬਾਇਰਸ ਨੂੰ ਆ ਇਹਦੇ ਵਿੱਚ ਜਿਵੇਂ ਕਹਿ ਲਓ ਕਿ ਕਿਤੇ ਨਾ ਕਿਤੇ ਮਾਸੂਮੀਅਤ ਵੀ ਹੁੰਦੀ ਆ, ਉਹਨਾਂ ਨੂੰ ਨਹੀਂ ਉਹ ਚੀਜ਼ ਮਿਲਦੀ, ਔਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਇਹ ਵੀ ਚੀਜ਼ ਲੱਗਦਾ ਵਾ ਅਕਸਰ ਕਿ ਸ਼ਾਇਦ ਅਸੀਂ ਇਸ ਪ੍ਰਾਪਰਟੀ ਦਾ ਪ੍ਰਾਈਸ ਆ ਜਿਹੜਾ ਉਹ ਜ਼ਿਆਦਾ ਪੇ ਕੀਤਾ ਹੈ। ਜੀ ਬਿਲਕੁਲ। ਤੇ ਇਸੇ ਟੌਪਿਕ ਦੇ ਉੱਤੇ ਅਸੀਂ ਅੱਗੇ ਹੋਰ ਗੱਲ ਕਰਾਂਗੇ। ਇੱਥੇ ਸਮਾਂ ਹੋ ਗਿਆ ਸਾਡੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਫੇਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਸ਼ੋਅ ਦੇ ਵਿੱਚ ਸਵਾਗਤ ਹੈ। ਜਿੱਦਾਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਮਲਟੀਪਲ ਆਫਰਸ ਦੀ, ਕਿ ਮਲਟੀਪਲ ਆਫਰਸ ਕੀ ਨੇ ਤੇ ਉਹਦਾ ਕੀ ਆਪਣੇ ਆਪ ਦੇ ਵਿੱਚ ਕੀ ਉਹਦੀ ਇੰਪੋਰਟੈਂਸ ਨੇ, ਇਹਦੇ ਬਾਰੇ ਅਸੀਂ ਅੱਗੇ ਕੰਟੀਨਿਊ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਚੀਜ਼ ਪੁੱਛਣਾ ਚਾਹੂੰਗੀ ਕਿ ਜਿਹੜੇ ਮਲਟੀਪਲ ਆਫਰਸ ਹੁੰਦੇ ਨੇ ਜਦੋਂ ਇਹ ਲੱਗਦੇ ਨੇ ਕਿਸੇ ਪ੍ਰੋਪਰਟੀ ਦੇ ਉੱਤੇ, ਤੇ ਇਹ ਹਰ ਇੱਕ ਸੈਲਰਸ ਟੂ ਸੈਲਰ ਲਾਈਕ ਡਿਪੈਂਡ ਹੁੰਦਾ ਹੈ ਕਿ ਉਹਨਾਂ ਨੇ ਆਪਣੀ ਪ੍ਰੋਪਰਟੀ ਦੇ ਉੱਤੇ ਮਲਟੀਪਲ ਆਫਰਸ ਲਗਾਉਣੇ ਨੇ, ਜਾਂ ਇਹਦੇ ਪਿੱਛੇ ਕੁਝ ਸਪੈਸੀਫਿਕ ਰੀਜ਼ਨਸ ਹੁੰਦੇ ਨੇ ਜਾਂ ਕੁਝ ਸਪੈਸੀਫਿਕ ਪ੍ਰੋਪਰਟੀਜ਼ ਹੁੰਦੀਆਂ ਜਿਨ੍ਹਾਂ ਦੇ ਉੱਤੇ ਸਿਰਫ ਮਲਟੀਪਲ ਆਫਰਸ ਲੱਗਦੇ ਨੇ? ਮਲਟੀਪਲ ਆਫਰ ਦੇ ਰਾਖੀ ਜੀ ਦੋ ਤਿੰਨ ਫਾਇਦੇ ਹੁੰਦੇ ਨੇ। ਪਹਿਲਾਂ ਜੇ ਅਗਰ ਆਪਾਂ ਸੈਲਰ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ, ਫਿਰ ਆਪਾਂ ਬਾਇਰਸ ਬਾਰੇ ਵੀ ਗੱਲ ਕਰਦੇ ਹਾਂ ਕਿ ਬਾਇਰਸ ਨੂੰ ਕਿੱਦਾਂ ਦੀ ਚੈਲੰਜਸ ਫੇਸ ਕਰਨੇ ਪੈਂਦੇ ਇਸ ਸਿਚੁਏਸ਼ਨ ਦੇ ਵਿੱਚ। ਸੈਲਰਸ ਨੂੰ ਜਿਹੜੇ ਦੋ ਤਿੰਨ ਫਾਇਦੇ ਹੁੰਦੇ ਨੇ ਮਲਟੀਪਲ ਆਫਰ ਸਿਨੈਰੀਓ ਦੇ ਵਿੱਚ। ਇੱਕ ਤਾਂ ਸਭ ਤੋਂ ਬੜਾ ਜਿਹੜਾ ਫਾਇਦਾ ਹੁੰਦਾ ਸੈਲਰਸ ਨੂੰ ਕਿ ਪ੍ਰਾਪਰਟੀ ਬੜੇ ਸ਼ਾਰਟ ਟਾਈਮ ਦੇ ਵਿੱਚ ਸੈਲ ਹੋ ਜਾਂਦੀ ਹੈ। ਮੰਨ ਲਓ ਹੁਣ ਜਿਸ ਤਰ੍ਹਾਂ ਕਈ ਫੈਮਿਲੀਜ਼ ਨੇ, ਉਹਨਾਂ ਦੇ ਲਈ ਘਰ ਨੂੰ ਮੇਨਟੇਨ ਕਰਕੇ ਰੱਖਣਾ, ਛੋਟੇ ਬੱਚੇ ਹੁੰਦੇ ਨੇ ਜਾਂ ਕੁਝ ਫੈਮਿਲੀ ਦੀ ਹੋਰ ਇਦਾਂ ਦੀ ਚੈਲੰਜਸ ਹੁੰਦੇ ਨੇ ਕਿ ਘਰ ਨੂੰ ਕਲੀਨ ਮੇਨਟੇਨ ਕਰਨਾ, ਬਾਰ-ਬਾਰ ਸ਼ੋਇੰਗ ਵਾਸਤੇ ਪ੍ਰਪੇਅਰ ਕਰਨਾ ਮੁਸ਼ਕਲ ਹੁੰਦਾ। ਉਹ ਪ੍ਰੈਫਰ ਕਰਦੇ ਨੇ ਕਿ ਆਪਾਂ ਇਹਨੂੰ ਇੱਕ ਵਾਰ ਲੋ ਪ੍ਰਾਈਸ ਤੇ ਲਾਈਏ, ਮੈਕਸਿਮਮ ਨੰਬਰ ਆਫ ਬਾਇਰਸ ਇੱਕ ਪੀਰੀਅਡ ਦੇ ਵਿੱਚ ਦੇਖਣ ਆ ਜਾਂਦੇ, ਆਪਾਂ ਘਰ ਨੂੰ ਫਾਈਨਲ ਕਰ ਦਈਏ। ਇੱਕ ਤਾਂ ਇਹ ਚੀਜ਼ ਆ। ਕਈ ਸੈਲਰਸ ਦਾ ਤਾਂ ਇਹ ਕਾਰਨ ਹੁੰਦਾ ਮਲਟੀਪਲ ਆਫਰ ਵਾਸਤੇ। ਕਈ ਸੈਲਰਸ ਦਾ ਇਹ ਕਾਰਨ ਹੁੰਦਾ ਮਲਟੀਪਲ ਆਫਰ ਵਾਸਤੇ ਕਿ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਕਿ ਜਿਹੜਾ ਸਾਡੀ ਪ੍ਰਾਪਰਟੀ ਦਾ ਪ੍ਰਾਈਸ ਆ ਉਹ ਅਨਡਿਸਾਈਡਡ ਜਿਹਾ। ਮੰਨ ਲਓ ਕਈ ਡਿਫਰੈਂਟ ਤਰ੍ਹਾਂ ਦੀਆਂ ਕੋਈ ਯੂਨੀਕ ਪ੍ਰਾਪਰਟੀਜ਼ ਵੀ ਹੁੰਦੀਆਂ ਨੇ, ਉਹਨਾਂ ਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਸਾਡੀ ਪ੍ਰਾਪਰਟੀ ਦਾ ਪ੍ਰਾਈਸ ਇਹ ਹੈ, ਬਟ ਮਾਰਕੀਟ ਦੇ ਜਿਹੜੇ ਕੰਪੇਅਰੇਬਲਸ ਨੇ ਜਾਂ ਜੋ ਰੀਅਲਟਰਸ ਨੇ ਉਹ ਉਹਨਾਂ ਨੂੰ ਦੱਸ ਰਹੇ ਕਿ ਇਹ ਪ੍ਰਾਪਰਟੀ, ਮੰਨ ਲਓ ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਪ੍ਰਾਪਰਟੀ ਦਾ ਪ੍ਰਾਈਸ 1.8 ਮਿਲੀਅਨ ਹੈ ਜੀ, ਬਟ ਜੋ ਕੰਪੇਅਰੇਬਲਸ ਜਾਂ ਮਾਰਕੀਟ ਦੇ ਸਟੈਟਸ ਸ਼ੋ ਕਰ ਰਹੇ ਨੇ ਕਿ ਉਹ ਪ੍ਰਾਪਰਟੀ 1.5 ਜਾਂ 1.6 ਦੀ ਆ। ਉਹ ਸਿਨੈਰੀਓ ਦੇ ਵਿੱਚ ਰੀਅਲਟਰਸ ਵੀ ਉਹਨਾਂ ਨੂੰ ਕਈ ਵਾਰ ਐਡਵਾਈਸ ਕਰਦੇ ਨੇ ਕਿ ਆਪਾਂ ਲੈਟ ਅਸ ਡੂ ਵਨ ਥਿੰਗ, ਕਿ ਆਪਾਂ ਇਹਨੂੰ ਇੱਕ ਲੋ ਪ੍ਰਾਈਸ ਤੇ ਲਾ ਦਈਏ, ਆਪਾਂ ਨੂੰ ਪਤਾ ਲੱਗ ਜੂ ਕਿ ਮੈਕਸਿਮਮ ਕਿਸ ਪ੍ਰਾਈਸ ਦੀ ਆਫਰ ਆਉਂਦੀ ਹੈ। ਦੈਨ ਯੂ ਮੇਕ ਯੋਰ ਡਿਸੀਜਨ ਕਿ ਤੁਸੀਂ ਆਪਣਾ ਡਿਸੀਜਨ ਬਣਾ ਸਕਦੇ ਹੋ ਕਿ ਤੁਸੀਂ ਵੇਚਣਾ ਜਾਂ ਪ੍ਰਾਪਰਟੀ ਨੂੰ ਨਹੀਂ ਵੇਚਣਾ। ਦੈਟ ਇਜ਼ ਐਨ ਅਦਰ ਰੀਜ਼ਨ, ਰਾਈਟ। ਔਰ ਤੀਸਰਾ ਇੱਕ ਕਾਰਨ ਜਿਹੜਾ ਮੇਨ ਕਾਰਨ ਆ ਜੋ ਅੱਜ ਦੀ ਮਾਰਕੀਟ ਦੇ ਵਿੱਚ ਸਭ ਤੋਂ ਬੜਾ ਪਾਰਟ ਪਲੇ ਕਰ ਰਿਹਾ, ਉਹ ਇਹ ਆ ਕਿ ਇਨਵੈਂਟਰੀ ਲੋ ਆ। ਇਨਵੈਂਟਰੀ ਜਦੋਂ ਲੋ ਹੁੰਦੀ ਆ ਤਾਂ ਸੈਲਰਸ ਨੂੰ ਇਹ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਇੰਟਰਸਟ ਜਨਰੇਟ ਕੀਤਾ ਜਾਵੇ, ਔਰ ਉਹਦੇ ਚ ਕਾਫੀ ਹਾਈ ਪ੍ਰੋਬੇਬਿਲਿਟੀ ਹੁੰਦੀ ਹੈ ਉਹਨਾਂ ਨੂੰ ਹਾਇਰ ਪ੍ਰਾਈਸ ਦੀ। ਮਤਲਬ ਇਹ ਤਾਂ ਜਿਹੜਾ ਸੈਲਰਸ ਦਾ ਪੱਖ ਆ ਉਹ ਕਿਉਂ ਚਾਹ ਰਹੇ ਹੁੰਦੇ ਨੇ ਮਲਟੀਪਲ ਆਫਰ ਵਾਲਾ ਸਿਨੈਰੀਓ। ਹੁਣ ਇਹਦੇ ਚ ਇੱਕ ਬਾਇਰ ਵਾਲਾ ਜਿਹੜਾ ਪਾਰਟ ਆ ਉਹ ਇਹ ਆ ਜਾਂਦਾ ਕਿ ਬਾਇਰਸ ਦੇ ਲਈ ਇਹ ਜਿਹੜੀ ਸਿਚੁਏਸ਼ਨ ਆ ਉਹ ਕਿਵੇਂ ਹੈਲਪਫੁਲ ਹੁੰਦੀ ਹੈ ਜਾਂ ਕਿੱਦਾਂ ਉਹਨਾਂ ਦੇ ਲਈ ਇਹਦੇ ਲਈ ਚੈਲੰਜਸ ਹੁੰਦੇ ਨੇ। ਢਿੱਲੋਂ ਸਾਹਿਬ ਥੋੜਾ ਜਿਹਾ ਫਸਟ ਟਾਈਮ ਬਾਇਰਸ ਬਾਰੇ ਦੱਸਦੇ ਨੇ ਕਿ ਫਸਟ ਟਾਈਮ ਬਾਇਰਸ ਨੂੰ ਇਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਚਾਹੀਦਾ। ਜੀ ਸਰ। ਹਾਂਜੀ ਸਰ। ਜੀ ਬਿਲਕੁਲ, ਜਿਵੇਂ ਪ੍ਰਵੀਨ ਜੀ ਨੇ ਦੱਸਿਆ ਕਿ ਮਲਟੀਪਲ ਆਫਰ ਦੇ ਕਈ ਕਾਰਨ ਨੇ ਜਿਹੜੇ ਆਪਾਂ ਡਿਸਕਸ ਕਰ ਲਏ ਨੇ। ਜਿਹੜੇ ਫਸਟ ਟਾਈਮ ਬਾਇਰਸ ਨੇ ਉਹਨਾਂ ਨੂੰ ਕਿਸੇ ਵੀ ਪ੍ਰਾਪਰਟੀ, ਜ਼ਰੂਰੀ ਨਹੀਂ ਕਿ ਉਹ ਮਲਟੀਪਲ ਆਫਰਸ ਦੇ ਵਿੱਚ ਹੀ ਪ੍ਰਾਪਰਟੀ ਹੋਵੇ, ਜਦੋਂ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਅਸੀਂ ਪ੍ਰਾਪਰਟੀ ਬਾਏ ਕਰਨੀ ਹੈ, ਕੁਝ ਚੀਜ਼ਾਂ ਨੇ ਜਿਹੜੀਆਂ ਬੇਸਿਕ ਨੇ ਉਹ ਹਰ ਇੱਕ ਸਿਚੁਏਸ਼ਨ ਦੇ ਵਿੱਚ ਅਪਲਾਈ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਉਹ ਆਈਡੈਂਟੀਫਾਈ ਕਰਨ ਕਿ ਅਸੀਂ ਕਿਸ ਏਰੀਆ ਦੇ ਵਿੱਚ ਪ੍ਰਾਪਰਟੀ ਲੈਣੀ ਹੈ, ਠੀਕ ਹੈ, ਕਿਸ ਟਾਈਪ ਦੀ ਪ੍ਰਾਪਰਟੀ ਲੈਣੀ ਹੈ, ਉਹਨਾਂ ਦਾ ਬਜਟ ਕੀ ਹੈ। ਉਹਦੇ ਉੱਤੇ ਬੇਸਡ ਉਹ ਆਪਣੇ ਮੌਰਗੇਜ ਬ੍ਰੋਕਰ ਜਾਂ ਬੈਂਕ ਦੇ ਨਾਲ ਗੱਲ ਕਰਕੇ ਆਪਣੀ ਮੌਰਗੇਜ ਦਾ ਪ੍ਰੀ ਅਪਰੂਵਲ ਲੈਣ ਪਹਿਲਾਂ, ਤਾਂ ਕਿ ਉਹਨਾਂ ਨੂੰ 100% ਸ਼ੋਰ ਹੋਵੇ ਕਿ ਮੇਰੇ ਕੋਲ ਇਸ ਪ੍ਰਾਪਰਟੀ ਦੇ ਲਈ ਡਾਊਨ ਪੇਮੈਂਟ ਵੀ ਇਨਫ ਹੈਗੀ ਹੈ ਕਿ ਨਹੀਂ। ਬਿਲਕੁਲ। ਮਸਲਨ ਜਿਹੜੀ ਅੱਜ ਜੋ ਗਾਈਡਲਾਈਨਸ ਨੇ ਉਹਦੇ ਮੁਤਾਬਿਕ ਜੇ ਤੁਹਾਡੀ ਪ੍ਰਾਪਰਟੀ ਦਾ ਮੁੱਲ 1 ਮਿਲੀਅਨ ਤੋਂ ਉੱਤੇ ਹੈ ਤਾਂ ਆਟੋਮੈਟਿਕਲੀ ਤੁਹਾਨੂੰ 20% ਡਾਊਨ ਪੇਮੈਂਟ ਚਾਹੀਦੀ ਹੈ। ਹੁਣ ਮੇਰੇ ਕੋਲ ਡਾਊਨ ਪੇਮੈਂਟ 5% ਆ ਔਰ ਮੈਂ ਮਿਲੀਅਨ ਤੋਂ ਉੱਤੇ ਦੀ ਪ੍ਰਾਪਰਟੀ ਦੇਖ ਰਿਹਾ ਆ, ਉਹ ਹਰ ਇੱਕ ਦਾ ਟਾਈਮ ਵੇਸਟ ਕਰਨ ਵਾਲੀ ਗੱਲ ਹੁੰਦੀ ਹੈ। ਤੁਹਾਡੀ ਆਪਣਾ ਵੀ ਟਾਈਮ ਵੇਸਟ ਹੁੰਦਾ ਆ
ਸਾਰੇ ਪ੍ਰੋਫੈਸ਼ਨਲਸ ਦਾ ਵੀ ਟਾਈਮ ਵੇਸਟ ਹੁੰਦਾ ਹੈ ਤੇ ਉਹਦੇ ਚੋਂ ਰਿਜ਼ਲਟ ਕੁਝ ਨਿਕਲਦਾ ਨਹੀਂਗਾ ਜੀ। ਹੈਗਾ, ਬਲਕਿ ਉਲਟਾ ਤੁਸੀਂ ਫਰਸਟ੍ਰੇਟ ਹੋ ਜਾਂਦੇ ਹੋ ਔਰ ਕਈ ਵਾਰੀ ਉਹਦੇ 'ਚ ਇਹ ਬੰਦਾ ਇਹ ਡਿਸਾਈਡ ਕਰ ਲੈਂਦਾ ਕਿ ਮੈਂ ਤਾਂ ਕਰ ਲੈਣਾ ਹੀ ਨਹੀਂ ਨਹੀਂ, ਬਿਲਕੁਲ ਡੀਮੋਟੀਵੇਟ ਵੀ ਹੋ ਜਾਂਦਾ, ਬਹੁਤ ਡੀਮੋਰਲਾਈਜ਼ ਹੋ ਕੇ ਅਸੀਂ ਕਈ ਐਸੇ ਬਾਇਰਸ ਨੂੰ ਜਾਣਦੇ ਹਾਂ ਜਿਨ੍ਹਾਂ ਨੇ ਇਸੇ ਰੀਜ਼ਨ ਕਰਕੇ ਪ੍ਰਾਪਰਟੀਆਂ ਦੀਆਂ ਪ੍ਰਾਈਸਿਸ 3 4 5 ਲੱਖ ਵਧਾ ਲਈਆਂ ਕਿਉਂਕਿ ਉਹ ਫਰਸਟ੍ਰੇਟਡ ਸੀਗੇ, ਪ੍ਰੋਪਰ ਉਹਨਾਂ ਨੂੰ ਗਾਈਡੈਂਸ ਨਹੀਂ ਮਿਲੀ ਔਰ ਉਹ ਇਹ ਸੋਚਦੇ ਰਹੇ ਕਿ ਕੋਈ ਨਹੀਂ ਅਸੀਂ ਥੋੜਾ ਠਹਿਰ ਕੇ ਲਵਾਂਗੇ, ਸ਼ਾਇਦ ਮਾਰਕੀਟ ਥੱਲੇ ਆ ਜਾਊਗੀ। ਲੇਕਿਨ ਇੱਕ ਗੱਲ ਤਾਂ ਅਸੀਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦੇ, ਪਰ ਜੋ ਟ੍ਰੈਂਡ ਚੱਲ ਰਿਹਾ ਆ ਤੁਸੀਂ ਦੇਖ ਸਕਦੇ ਹੋ ਕਿ GTA ਦੇ ਵਿੱਚ ਪ੍ਰਾਪਰਟੀ ਦੀਆਂ ਪ੍ਰਾਈਸਿਸ ਸ਼ਾਇਦ ਕਿਸੇ ਕਾਰਨ ਕਰਕੇ ਸਟੇਬਲ ਤਾਂ ਹੋ ਜਾਣ, ਪਰ ਕੋਈ ਚਾਂਸ ਐਸਾ ਨਹੀਂ ਲੱਗਦਾ ਕਿ ਪ੍ਰਾਈਸਿਸ ਥੱਲੇ ਆਉਣਗੀਆਂ ਜੋ ਅੱਜ ਕੱਲ ਦੇ ਹਾਲਾਤ ਚੱਲ ਰਹੇ ਨੇ। ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਫਸਟ ਟਾਈਮ ਬਾਇਰਸ ਨੂੰ ਜਾਂ ਈਵਨ ਜਿਹੜੇ ਸੈਕੰਡ ਟਾਈਮ ਬਾਇਰਸ ਜਾਂ ਥਰਡ ਟਾਈਮ ਬਾਇਰਸ ਨੇ, ਸਭ ਤੋਂ ਪਹਿਲਾਂ ਆਪਣਾ ਹੋਮਵਰਕ ਕਰੋ, ਪ੍ਰੋਪਰਟੀ ਦੇ ਬਾਰੇ ਨੌਲੇਜ ਲਵੋ, ਏਰੀਏ ਦੇ ਬਾਰੇ ਨੌਲੇਜ ਲਵੋ, ਤੁਸੀਂ ਦੇਖੋ ਕਿ ਤੁਹਾਡੀ ਜ਼ਰੂਰਤ ਕੀ ਹੈ ਔਰ ਇਹ ਜਿਹੜੀ ਪ੍ਰਾਪਰਟੀ ਹੈ ਤੁਹਾਡੀ ਹਰ ਇੱਕ ਜ਼ਰੂਰਤ ਨੂੰ ਤੇ ਆਬਵੀਅਸਲੀ ਨਹੀਂ ਉਹ ਪੂਰਾ ਕਰੇਗੀ। ਕਿਤੇ ਨਾ ਕਿਤੇ ਅਸੀਂ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਇਹ ਕਹਿੰਦੇ ਹੁੰਦੇ ਆ ਕਿ ਜੇ ਤੁਹਾਡੀ ਵਿਸ਼ ਲਿਸਟ 70 to 80% ਇਹ ਪ੍ਰਾਪਰਟੀ ਪੂਰੀ ਕਰਦੀ ਹੈ ਤਾਂ ਇਹ ਬਹੁਤ ਵਧੀਆ ਪ੍ਰਾਪਰਟੀ ਹੈ ਤੁਹਾਡੇ ਵਾਸਤੇ, ਕਿਉਂਕਿ 100% ਤਾਂ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ। ਕਿਤੇ ਨਾ ਕਿਤੇ ਤੁਹਾਨੂੰ ਕੰਪਰੋਮਾਈਜ਼ ਕਰਨਾ ਪਏਗਾ, ਜਾਂ ਤਾਂ ਪ੍ਰਾਈਸ ਦੇ ਵਿੱਚ ਕੰਪਰੋਮਾਈਜ਼ ਕਰਨਾ ਪਏਗਾ, ਜਾਂ ਉਹਦੀ ਲੋਕੇਸ਼ਨ ਤੇ ਕੰਪਰੋਮਾਈਜ਼ ਕਰਨਾ ਪਏਗਾ, ਜਾਂ ਉਹਦੇ ਫੀਚਰਸ ਤੇ ਕੰਪਰੋਮਾਈਜ਼ ਕਰਨਾ ਪਏਗਾ। ਜੀ ਜੀ ਬਿਲਕੁਲ, ਬਹੁਤ ਹੀ ਵਧੀਆ ਸ਼ਬਦਾਂ ਦੇ ਵਿੱਚ ਇਹਨਾਂ ਨੇ ਐਕਸਪਲੇਨ ਕੀਤਾ ਆ। ਤੇ ਮੈਂ ਜਾਣ ਤੋਂ ਪਹਿਲਾਂ ਇੱਕ ਫਟਾਫਟ ਸਰ ਨੂੰ ਪੁੱਛਣਾ ਚਾਹੂੰਗੀ ਕਿ ਸਰ ਥੋੜਾ ਜਿਹਾ ਬਰੀਫਲੀ ਜਿਹੜਾ ਪਲਾਜ਼ਾ ਦਾ ਆਪਣਾ ਲਾਸਟ ਟਾਈਮ ਵੀ ਆਪਾਂ ਡਿਸਕਸ ਕੀਤਾ ਸੀਗਾ ਤੇ ਉਸ ਤੋਂ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਸੀਗਾ, ਉਹਦੇ ਬਾਰੇ ਜਲਦੀ 1-2 ਮਿੰਟਾਂ ਦੇ ਵਿੱਚ ਜੇ ਬਰੀਫਲੀ ਆਪਾਂ ਫਿਰ ਤੋਂ ਐਕਸਪਲੇਨ ਕਰ ਦਈਏ ਆਪਣੇ ਦਰਸ਼ਕਾਂ ਲਈ। ਬਾਕੀ ਜੀ ਆਪਾਂ ਇਸ ਤਰ੍ਹਾਂ ਕਰਾਂਗੇ, ਆਪਾਂ ਜਿਹੜੀ ਆਪਣਾ ਨੈਕਸਟ ਵੀਕ ਆ ਆਪਾਂ ਮਲਟੀਪਲ ਆਫਰ ਵਾਲਾ ਜਿਹੜਾ ਸਿਨੈਰੀਓ ਇਹਨੂੰ ਆਪਾਂ ਕੰਟੀਨਿਊ ਰੱਖਾਂਗੇ, ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਮਤਲਬ ਦਰਸ਼ਕਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਔਰ ਖਾਸ ਕਰਕੇ ਅੱਜ ਦੀ ਜਿਹੜੀ ਮਾਰਕੀਟ ਹੈ ਇਹਦੇ 'ਚ ਇਹ ਚੀਜ਼ ਕਾਫੀ ਕਾਮਨ ਹੋ ਚੁੱਕੀ ਹੈ। ਐਂਡ ਆਪਾਂ ਇਹਦੇ 'ਚ ਥੋੜਾ ਜਿਹਾ ਜਿਹੜੀ ਕਮਰਸ਼ੀਅਲ ਸੈਗਮੈਂਟ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਉਹਦੇ 'ਚ ਮਲਟੀਪਲ ਜਿਹੜਾ ਆਫਰ ਵਾਲਾ ਸਿਨੈਰੀਓ ਹੈ ਕਿਸ ਤਰ੍ਹਾਂ ਕੰਮ ਕਰਦਾ। ਮੈਂ ਦਰਸ਼ਕਾਂ ਨੂੰ ਇੱਕ ਚੀਜ਼ ਦੱਸਣੀ ਚਾਹਾਂਗਾ ਕਿ ਜਿਸ ਤਰ੍ਹਾਂ ਫੋਰਟ ਐਰੀ ਦੇ ਵਿੱਚ ਇੱਕ ਪਲਾਜ਼ਾ ਜਿਹੜਾ ਅਸੀਂ ਲਾਸਟ 2 ਵੀਕ ਤੋਂ ਮਤਲਬ ਪ੍ਰਮੋਟ ਕਰ ਰਹੇ ਸੀ, ਉਹਦਾ ਸੈਲ ਕਰ ਰਹੇ ਸੀ ਅਸੀਂ, ਉਹਦੇ 'ਚ 80% ਤੋਂ ਉੱਪਰ ਸਾਡੇ ਕੋਲ ਜਿਹੜੇ ਯੂਨਿਟਸ ਨੇ ਉਹਦੇ ਸੈਲ ਹੋ ਚੁੱਕੇ ਨੇ, ਬਹੁਤ ਥੋੜੇ ਯੂਨਿਟ ਸਾਡੇ ਕੋਲ ਬਚੇ ਨੇ। ਅਗਰ ਕੋਈ ਵੀ ਦਰਸ਼ਕ ਹਜੇ ਵੀ ਇੰਟਰਸਟਡ ਨੇ ਫੋਰਟ ਐਰੀ ਦੇ ਵਿੱਚ ਜਿਹੜਾ ਕਿ ਰਿਟੇਲ ਪਲਾਜ਼ਾ ਅਸੀਂ ਪਿਛਲੇ 2 ਵੀਕ ਤੋਂ ਸੈਲ ਕਰ ਰਹੇ ਹਾਂ, ਜਿਹੜਾ ਕਿ ਬਾਰਡਰ ਆ US ਤੇ ਕੈਨੇਡਾ ਦਾ। ਢਿੱਲੋਂ ਸਾਹਿਬ ਨੇ ਲਾਸਟ ਟਾਈਮ ਦੱਸਿਆ ਸੀ ਫੋਰਟ ਐਰੀ ਦੀ ਕੀ ਖਾਸੀਅਤ ਕੀ ਆ, ਕਿਉਂ ਉੱਥੇ ਪ੍ਰਾਪਰਟੀ ਬਾਏ ਕਰਨੀ ਅੱਜ ਦੀ ਡੇਟ ਦੇ ਵਿੱਚ ਕਾਫੀ ਵਧੀਆ ਇਨਵੈਸਟਮੈਂਟ ਆ। ਸੋ ਉਹਦੇ 'ਚ ਸਾਡੇ ਕੋਲ ਕੁਝ ਯੂਨਿਟਸ ਬਚੇ ਨੇ। ਜੇ ਤੁਹਾਡਾ ਹਜੇ ਵੀ ਕੁਝ ਇੰਟਰਸਟ ਹੈ ਉਸ ਏਰੀਏ ਦੇ ਵਿੱਚ ਤਾਂ ਸਾਨੂੰ ਇਮੀਡੀਏਟਲੀ ਜ਼ਰੂਰ ਕਾਲ ਕਰੋ ਸਕਰੀਨ ਦੇ ਦਿੱਤੇ ਹੋਏ ਨੰਬਰਾਂ ਦੇ ਉੱਪਰ, ਔਰ ਜਾਂ ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ। ਉੱਥੇ ਜਾ ਕੇ ਤੁਹਾਨੂੰ ਇਹਨਾਂ ਦੀ ਅਵੇਲੇਬਿਲਿਟੀ ਤੇ ਸਾਰੀ ਚੀਜ਼ਾਂ ਪਤਾ ਲੱਗ ਜਾਣਗੀਆਂ ਕਿ ਕਿਸ ਸਾਈਜ਼ ਦੇ ਯੂਨਿਟਸ ਅਵੇਲੇਬਲ ਨੇ ਤੇ ਕਿਆ ਉਹਦੀ ਕੀ ਪ੍ਰਾਈਸ ਰੇਂਜ ਕੀ ਹੈ ਜੀ। ਬਿਲਕੁਲ, ਮੈਂ ਵੀ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਇਹੀ ਚੀਜ਼ ਕਹੂੰਗੀ ਕਿ ਤੁਸੀਂ ਜੇ ਉਹੀ ਕਮਰਸ਼ੀਅਲ ਪ੍ਰਾਪਰਟੀ ਦੇ ਬਾਰੇ ਜਾਣਕਾਰੀ ਲੈਣੀ ਹੈ, ਜਿਹੜਾ ਹੁਣੇ ਪ੍ਰਵੀਨ ਜੀ ਨੇ ਪਲਾਜ਼ਾ ਦੇ ਬਾਰੇ ਜਾਣਕਾਰੀ ਦਿੱਤੀ ਹੈ ਫੋਰਟ ਐਰੀ ਦੇ ਵਿੱਚ, ਤਾਂ ਵੀ ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ। ਉਹਦੇ ਇਲਾਵਾ ਜੇ ਤੁਸੀਂ ਫਸਟ ਟਾਈਮ ਬਾਇਰਸ ਹੋ ਜਾਂ ਤੁਸੀਂ ਇਨਵੈਸਟ ਕਰਨਾ ਆ ਕਿਤੇ ਜਾਂ ਕਿਸੇ ਵੀ ਤਰੀਕੇ ਦੀ ਪ੍ਰਾਪਰਟੀ ਖਰੀਦਣੀ ਆ, ਰੈਜ਼ੀਡੈਂਸ਼ੀਅਲ ਹੋ ਗਈ, ਕਮਰਸ਼ੀਅਲ ਹੋ ਗਈ ਜਾਂ ਇੰਡਸਟਰੀਅਲ ਹੋ ਗਈ, ਤੁਸੀਂ ਇਹਨਾਂ ਨੂੰ ਬਿਲਕੁਲ ਬੇਝਿਜਕ ਰੀਚ ਆਊਟ ਕਰ ਸਕਦੇ ਹੋ। ਸਕਰੀਨ ਤੇ ਦਿੱਤੀਆਂ ਹੋਈਆਂ ਡਿਟੇਲਸ ਤੁਸੀਂ ਦੇਖ ਹੀ ਰਹੇ ਹੋਵੋਗੇ ਤੇ ਇੱਥੇ ਹੁਣ ਸਾਨੂੰ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਤਾਂ ਇਸ ਕਰਕੇ ਮੈਂ ਪਹਿਲਾਂ ਤਾਂ ਦੋਨਾਂ ਦਾ ਸ਼ੁਕਰੀਆ ਕਰੂੰਗੀ। ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਸਟੂਡੀਓ ਵਿੱਚ ਆਉਣ ਲਈ, ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹੂੰਗੀ ਕੀਪ ਵਾਚਿੰਗ ਪ੍ਰਵਾਸੀ TV। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।